ਅਗਮ ਗੋਚਰ ਸਚ ਸਾਹਿਬ ਮੇਰਾ, ਨਾਨਕ ਬੋਲੇ ਬੁਲਾਇਆ ਤੇਰਾ। ਸਤਿਨਾਮ ਸ੍ਰੀ ਵਾਹਿਗੁਰੂ ਜੀ। ਗੁਜਰੀ ਕੀ ਵਾਰ ਮਹੱਲਾ ਤੀਜਾ। ਸਿਕੰਦਰ ਬਿਰਾਹਮ ਕੀ ਵਾਰ ਕੀ ਧੁਨੀ ਗਾਉਣੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸ਼ਲੋਕ ਮਹੱਲਾ ਤੀਜਾ। ਇਹ ਜਗਤ ਮਮਤਾ ਮੁਆ, ਜੀਵਨ ਕੀ ਬਿਦ ਨਾਹਿ। ਗੁਰ ਕੈ ਭਾਣੈ ਜੋ ਚੱਲੈ, ਤਾਂ ਜੀਵਨ ਪਦਵੀ ਪਾਹੇ। ਹੋਏ ਸਦਾ ਸਦਾ ਜਨ ਜੀਵਤੇ, ਜੋ ਹਰਿ ਚਰਣੀ ਚਿਤ ਲਾਹੇ। ਨਾਨਕ ਨਦਰੀ ਮਨ ਵਸੈ, ਗੁਰਮੁਖ ਸਹਿ ਸਮਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ, ਸ਼ਬਦ ਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਦੀ ਜੋ ਲੜੀਵਾਰ ਕਥਾ ਇਸ ਪਾਵਨ ਸਥਾਨ ਤੇ ਚੱਲ ਰਹੀ ਹੈ, ਤੇ ਦੇ ਤਹਿਤ ਗੁਜਰੀ ਰਾਗ ਦੀ ਵਾਰ ਇੱਥੇ ਆਰੰਭ ਹੋ ਰਹੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 508 ਤੋਂ ਇਹ ਜਿਹੜੀ ਵਾਰ ਹੈ ਗੁਰੂ ਅਮਰਦਾਸ ਮਹਾਰਾਜ ਜੀ ਦੀ ਉਚਾਰਨ ਕੀਤੀ ਹੋਈ ਹੈ। ਤੇ ਇਸ ਵਾਰ ਦੇ ਵਿੱਚ ਜੋ ਆਰੰਭ ਦੇ ਵਿੱਚ ਮਹਾਰਾਜ ਹੁਕਮ ਕਰਦੇ ਨੇ, ਇਸ ਵਾਰ ਨੂੰ ਕਿਹੜੀ ਧੁਨ ਵਿੱਚ ਗਾਉਣਾ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀਆਂ 22 ਵਾਰਾਂ, ਜਿਨ੍ਹਾਂ ਵਿੱਚੋਂ 9 ਵਾਰਾਂ ਦੇ ਨਾਲ 9 ਧੁਨਾਂ ਚੜ੍ਹਾਈਆਂ ਗਈਆਂ ਹਨ। ਇੱਥੇ ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਨ ਕਰਦੇ ਨੇ, ਇਸ ਵਾਰ ਨੂੰ ਸਿਕੰਦਰ ਬਿਰਾਹਮ ਜੋ ਉਹਨਾਂ ਦੀ ਵਾਰ ਹੈ, ਉਹ ਪੁਰਾਣੇ ਸਮੇਂ ਵਿੱਚ ਜੋ ਪ੍ਰਚਲਿਤ ਸੀ ਉਸ ਧੁਨ ਦੇ ਨਾਲ ਗਾਣਾ ਹੈ। ਸਿਕੰਦਰ ਬਿਰਾਹਮ ਇੱਕੋ ਕੁਲ ਦੇ ਵਿੱਚੋਂ ਸਨ ਤੇ ਦੋਵੇਂ ਭਰਾ ਲੱਗਦੇ ਸਨ। ਸਿਕੰਦਰ ਬੜਾ ਹੀ ਧਰਮੀ ਸ਼ੁਭ ਗੁਣਾਂ ਵਾਲਾ ਰਾਜਾ ਸੀ। ਬਿਰਾਹਮ ਅਤ ਦਾ ਕੁਕਰਮੀ ਔਰ ਮਾੜੇ ਸੁਭਾਅ ਵਾਲਾ ਸੀ। ਜੋ ਵਿਦਵਾਨਾਂ ਨੇ ਇਹਦਾ ਕਈ ਤਰ੍ਹਾਂ ਕਰਕੇ ਜ਼ਿਕਰ ਕੀਤਾ ਹੈ। ਜਿਹੜਾ ਬਿਰਾਮ ਹੈ, ਇੱਕ ਵਾਰੀ ਇੱਕ ਬ੍ਰਾਹਮਣ ਦਾ ਵਿਆਹ ਹੋਇਆ, ਇਹਦੇ ਰਾਜ ਵਿੱਚ ਉਹ ਰਹਿੰਦਾ ਸੀ। ਉਹਦੇ ਘਰ ਵਾਲੀ ਦੇ ਸੁੰਦਰ ਰੂਪ ਨੂੰ ਦੇਖ ਕਰਕੇ ਜਿਹੜਾ ਬ੍ਰਾਹਮ ਰਾਜਾ ਹੈ, ਇਹਦੇ ਮਨ ਦੇ ਵਿੱਚ ਮਾੜੀ ਵਿਚਾਰ ਆਈ ਤੇ ਇਸ ਨੇ ਚਾਹਿਆ ਕਿ ਉਸ ਬ੍ਰਾਹਮਣ ਦੀ ਇਸਤਰੀ ਨੂੰ ਮੈਂ ਆਪਣੇ ਘਰ ਰੱਖ ਲਵਾਂ। ਜਦੋਂ ਬ੍ਰਾਹਮਣ ਨੂੰ ਇਸ ਗੱਲ ਦੀ ਭਿਣਕ ਲੱਗੀ ਤਾਂ ਉਹ ਆਪਣੀ ਇਸਤਰੀ ਨੂੰ ਲੈ ਕੇ, ਆਪਣੇ ਪਰਿਵਾਰ ਨੂੰ ਲੈ ਕੇ ਸਿਕੰਦਰ ਬਾਦਸ਼ਾਹ ਦੇ ਕੋਲ, ਸਿਕੰਦਰ ਰਾਜੇ ਦੇ ਕੋਲ ਚਲਾ ਗਿਆ। ਇਹ ਸਿਕੰਦਰ ਉਹ ਨਹੀਂ ਜਿਹਨੇ ਦੁਨੀਆ ਨੂੰ ਜਿੱਤਣ ਦਾ ਸੁਪਨਾ ਲਿਆ ਸੀ। ਇਹ ਸਿਕੰਦਰ ਰਾਜਾ ਹੋਰ ਹੈ। ਤਾਂ ਜਾ ਕੇ ਰਾਜੇ ਸਿਕੰਦਰ ਨੂੰ ਉਸ ਬ੍ਰਾਹਮਣ ਨੇ ਆਪਣੇ ਪਰਿਵਾਰ ਸੇ ਬੇਨਤੀ ਕੀਤੀ, ਸਾਰੀ ਗੱਲ ਦੱਸੀ ਵੀ ਇੱਦਾਂ ਜਿਹੜਾ ਸਾਡਾ ਰਾਜਾ ਬਿਰਾਹਮ ਹੈ, ਉਹਦੇ ਪਹਿਲਾਂ ਵੀ ਬਹੁਤ ਸਾਰੇ ਉਹਦੇ ਮਾੜੇ ਕਰਮਾਂ ਦਾ ਜਿਹੜਾ ਹੈ ਦੁਨੀਆ ਦੇ ਵਿੱਚ ਉਹ ਖਲਕਤ ਦੇ ਵਿੱਚ
ਇਹ ਪ੍ਰਚਲਿਤ ਸੀ ਕਿ ਰਾਜਾ ਬੜਾ ਦੁਸ਼ਟ ਹੈ, ਮੰਦ ਕਰਮੀ ਹੈ। ਇਸ ਤਰ੍ਹਾਂ ਦਾ ਉਹਦਾ ਸੁਭਾਅ ਸਾਰੇ ਲੋਕਾਂ ਨੂੰ ਪਤਾ ਸੀ। ਸਿਕੰਦਰ ਬਾਦਸ਼ਾਹ, ਜਿਹੜਾ ਸਿਕੰਦਰ ਰਾਜਾ ਹੈ, ਉਹ ਕਹਿੰਦਾ ਕੋਈ ਗੱਲ ਨਹੀਂ, ਤੁਹਾਨੂੰ ਡਰਨ ਦੀ ਲੋੜ ਨਹੀਂ, ਮੇਰੇ ਕੋਲ ਰਹੋ। ਪਿੱਛੋਂ ਬ੍ਰਾਹਮ ਨੇ ਚਿੱਠੀ ਲਿਖ ਕੇ ਭੇਜੀ ਕਿ ਮੇਰੀ ਰਾਇਆ ਜਿਹੜੀ ਹੈ ਉਹ ਤੁਹਾਡੇ ਕੋਲ ਹੈ, ਮੈਨੂੰ ਵਾਪਸ ਕਰ ਦਿਓ, ਨਹੀਂ ਤੇ ਇਹਦਾ ਫਿਰ ਬਹੁਤ ਮਾੜਾ ਤੁਹਾਨੂੰ ਬੁਰਾ ਪ੍ਰਭਾਵ ਦੇਖਣਾ ਪਵੇਗਾ। ਸਿਕੰਦਰ ਰਾਜੇ ਨੇ ਜਾਣ ਲਿਆ ਵਾਕਿਆ ਹੀ ਬ੍ਰਾਹਮ ਜਿਹੜਾ ਹੈ ਮੰਦ ਕੁਕਰਮੀ ਹੈ, ਬੜਾ ਦੁਸ਼ਟ ਹੈ। ਉਸਨੇ ਉਸ ਪਰਿਵਾਰ ਨੂੰ ਭੇਜਣ ਤੋਂ ਨਾ ਕਰ ਦਿੱਤੀ। ਬ੍ਰਾਹਮ ਆਪਣੀ ਫੌਜ ਚੜ੍ਹਾ ਕੇ ਲੈ ਆਇਆ। ਦੋਵਾਂ ਦੇ ਵਿੱਚ ਬਹੁਤ ਭਾਰੀ ਜੰਗ ਹੋਇਆ, ਜਿਹਦੇ ਵਿੱਚ ਸਿਕੰਦਰ ਦੀ ਜਿੱਤ ਹੋਈ। ਸਿਕੰਦਰ ਨੇ ਬ੍ਰਾਹਮ ਨੂੰ ਕੈਦ ਕਰ ਲਿਆ। ਜਦੋਂ ਕੈਦ ਕਰ ਲਿਆ, ਉਹਦੇ ਕੋਲ ਇੱਕ ਧਾਰਮਿਕ ਜਿਹੜਾ ਬੰਦਾ ਸੀ, ਸ਼ੁਭ ਗੁਣਾਂ ਵਾਲਾ, ਉਹਦੀ ਡਿਊਟੀ ਲਾ ਦਿੱਤੀ ਵੀ ਇਹਨੂੰ ਚੰਗੇ ਮਾਰਗ 'ਤੇ ਲਿਆਉਣਾ ਹੈ, ਇਹਨੂੰ ਤੁਸੀਂ ਸਿੱਖਿਆ ਦੇਵੋ, ਇਹਨੂੰ ਸਮਝਾਵੋ, ਜਿਸ ਤਰ੍ਹਾਂ ਵੀ ਹੁੰਦਾ ਹੈ। ਤਾਂ ਉਹ ਜੇਲ੍ਹ ਦੇ ਵਿੱਚ ਹੀ ਉਹਨੂੰ ਸਮਝਾਇਆ ਗਿਆ ਬੜੀ ਜੁਗਤੀ ਦੇ ਨਾਲ, ਤੇ ਉਹ ਮਾੜੇ ਕਰਮਾਂ ਤੋਂ ਹਟ ਗਿਆ। ਉਹਨੇ ਮਾੜੇ ਕਰਮਾਂ ਤੋਂ ਤੋਬਾ ਕੀਤੀ। ਸਿਕੰਦਰ ਰਾਜੇ ਨੇ ਖੁਸ਼ ਹੋ ਕੇ ਉਹਨੂੰ ਮੁੜ ਕੇ ਉਹਦਾ ਰਾਜ ਭਾਗ ਦੇ ਦਿੱਤਾ। ਸੂਰਮਿਆਂ ਵਾਲੀ ਗੱਲ ਕੀਤੀ, ਇੱਕ ਪੈਸਾ ਵੀ ਉਹਦੇ ਰਾਜ ਦਾ ਨਹੀਂ ਲਿਆ। ਉਹਦਾ ਰਾਜ ਭਾਗ ਜਿੱਤਿਆ ਹੋਇਆ ਉਹਨੂੰ ਵਾਪਸ ਕਰ ਦਿੱਤਾ ਤੇ ਉਹਦਾ ਜੀਵਨ ਬਦਲ ਦਿੱਤਾ। ਮਾੜੇ ਕਰਮਾਂ ਤੋਂ ਹਟਾ ਕੇ ਉਹਨੂੰ ਦੱਸ ਦਿੱਤਾ ਕਿ ਰਾਜੇ ਦਾ ਕੀ ਫਰਜ਼ ਹੁੰਦਾ ਹੈ, ਰਾਜੇ ਦਾ ਕੀ ਕੰਮ ਹੁੰਦਾ ਹੈ। ਉਸ ਸਮੇਂ ਤੋਂ ਜਿਹੜੇ ਢਾਡੀ ਸਨ, ਉਹ ਫਿਰ ਸਿਕੰਦਰ ਰਾਜੇ ਦੀ ਤੇ ਬ੍ਰਾਹਮ ਦੀ ਇਹ ਵਾਰ ਗਾਉਂਦੇ ਸਨ। ਮਹਾਰਾਜ ਕਹਿੰਦੇ ਉਹ ਜਿਹੜੀ ਧੁਨ ਢਾਡੀ, ਉਸ ਧੁਨ ਦੇ ਨਾਲ ਇਸ ਵਾਰ ਦੀਆਂ ਪੌੜੀਆਂ ਨੂੰ ਗਾਣਾ ਹੈ। ਜਿਵੇਂ ਆਸਾ ਰਾਗ ਦੀ ਜੋ ਵਾਰ ਹੈ, ਉੱਥੇ ਵੀ ਕਿਹਾ ਗਿਆ ਹੈ ਟੁੰਡੇ ਅਸ ਰਾਜਾ ਕੀ ਧੁਨੀ, ਵੀ ਇਸ ਵਾਰ ਨੂੰ ਉਸ ਧੁਨ ਵਿੱਚ ਜਿਹੜੇ ਧਰਮੀ ਪੁਰਸ਼ ਹੋਏ ਨੇ, ਉਹਨਾਂ ਦੇ ਜੋ ਉਸ ਸਮੇਂ ਲੋਕਾਂ ਵਿੱਚ ਪ੍ਰਭਾਵ ਸੀ, ਲੋਕ ਉਹਨਾਂ ਦੀ ਵਡਿਆਈ ਕਰਦੇ ਸਨ, ਉਹ ਧੁਨਾਂ ਪ੍ਰਚਲਿਤ ਹੋਈਆਂ। ਮਹਾਰਾਜ ਕਹਿੰਦੇ ਇਹ ਉਸ ਧੁਨ 'ਤੇ ਗਾਣਾ ਹੈ। ਇਹਦੇ ਨਾਲ ਸਾਨੂੰ ਇੱਕ ਸਿੱਖਿਆ ਮਿਲਦੀ ਹੈ ਕਿ ਅਧਰਮੀ ਬੰਦੇ ਦੀ ਸਦਾ ਹਾਰ ਹੁੰਦੀ ਹੈ, ਧਰਮ ਵਾਲੇ ਦੀ, ਸੱਤ ਵਾਲੇ ਦੀ ਸਦਾ ਹੀ ਜਿੱਤ ਹੁੰਦੀ ਹੈ, ਔਰ ਉਹਦਾ ਜਸ ਹੁੰਦਾ ਹੈ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੀ ਇਹ ਵਾਰ ਹੈ। ਗੁਰੂ ਅਮਰਦਾਸ ਮਹਾਰਾਜ ਜੀ ਫਰਮਾਨ ਕਰ ਰਹੇ ਨੇ, ਗੁਜਰੀ ਕੀ ਵਾਰ ਮਹੱਲਾ ਤੀਜਾ। ਗੁਜਰੀ ਰਾਗ ਦੀ ਵਾਰ ਹੈ ਔਰ ਇਸ ਵਾਰ ਦੇ ਕਰਤਾ ਹਨ ਧੰਨ ਗੁਰੂ ਅਮਰਦਾਸ ਮਹਾਰਾਜ ਜੀ। ਸਿਕੰਦਰ ਬ੍ਰਾਹਮ ਕੀ ਵਾਰ ਕੀ ਧੁਨੀ ਗਾਉਣੀ। ਸਿਕੰਦਰ ਬ੍ਰਾਹਮ ਦੋ ਰਾਜੇ, ਬ੍ਰਾਹਮ ਕੋ ਕਰਮੀ ਹੈ, ਸਿਕੰਦਰ ਧਰਮੀ ਰਾਜਾ ਹੈ। ਔਰ ਸਿਕੰਦਰ ਨੇ ਉਸ ਨੂੰ ਜਿੱਤ ਕੇ ਉਹਨੂੰ ਚੰਗਾ ਜੀਵਨ ਵਾਲਾ ਬਣਾ ਕੇ ਮੁੜ ਕੇ ਉਹਦਾ ਰਾਜ ਭਾਗ ਵਾਪਸ ਕਰ ਦਿੱਤਾ। ਇਸ ਕਰਕੇ ਉਹ ਜਿਹੜੀ ਧੁਨ ਪ੍ਰਚਲਿਤ ਹੋਈ, ਇਸ ਵਾਰ ਨੂੰ ਉਸ ਧੁਨ 'ਤੇ ਗਾਉਣ ਦਾ ਹੁਕਮ ਹੈ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਵਾਹਿਗੁਰੂ ਇੱਕ ਹੈ ਔਰ ਸਤਿਗੁਰੂ ਦੀ ਕਿਰਪਾ ਦੇ ਨਾਲ ਉਸ ਦੀ ਪ੍ਰਾਪਤੀ ਹੈ। ਸ਼ਲੋਕ ਮਹੱਲਾ ਤੀਜਾ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਫਰਮਾਨ ਕਰ ਰਹੇ ਹਨ, ਇਹ ਜਗਤ ਮਮਤਾ ਮੂਆ ਜੀਵਨ ਕੀ ਵਿਦਨਾਏ। ਮਹਾਰਾਜ ਕਹਿੰਦੇ ਜਿਹੜਾ ਸੰਸਾਰ ਹੈ ਇਹ ਮਾਇਆ ਦੀ ਮਮਤਾ ਦੇ ਵਿੱਚ ਪਿਆ ਹੋਇਆ ਹੈ, ਮੋਹ ਦੇ ਵਿੱਚ ਪਿਆ ਹੋਇਆ ਹੈ ਔਰ ਆਤਮਿਕ ਜੀਵਨ ਵੱਲੋਂ ਮਰਿਆ ਹੋਇਆ ਹੈ। ਇਹਨੂੰ ਅਸਲੀ ਜੀਵਨ ਜੀਵਨ ਦੀ ਵਿਧੀ ਨਹੀਂ ਆਈ, ਤਰੀਕਾ ਨਹੀਂ ਮਿਲਿਆ ਇਹਨੂੰ ਕਿ ਜਿਹੜਾ ਅਸਲੀ ਜੀਵਨ ਹੈ ਉਹ ਕਿਵੇਂ ਜੀਵਣਾ ਹੈ। ਇਹ ਸੰਸਾਰ ਦੇ ਮੋਹ ਦੇ ਵਿੱਚ ਪੈ ਗਿਆ, ਮਾਇਆ ਦੇ ਮੋਹ ਵਿੱਚ ਪੈ ਗਿਆ
ਅਸਲੀ ਜਿਹੜਾ ਜੀਵਨ ਹੈ ਉਹ ਜੀਵਨ ਦੀ ਇਹਨੂੰ ਵਿਧੀ, ਇਹਨੂੰ ਢੰਗ ਤਰੀਕਾ ਨਹੀਂ ਆਇਆ। ਗੁਰ ਕੈ ਭਾਣੈ ਜੋ ਚੱਲੈ ਤਾਂ ਜੀਵਨ ਪਦਵੀ ਪਾਏ। ਮਹਾਰਾਜ ਉਹ ਜੀਵਨ ਕਿਵੇਂ ਮਿਲਦਾ ਹੈ, ਉਹਦੀ ਕੀ ਵਿਧੀ ਹੈ? ਮਹਾਰਾਜ ਕਹਿੰਦੇ ਗੁਰ ਕੈ ਭਾਣੈ ਜੋ ਚੱਲੈ। ਜਦੋਂ ਗੁਰੂ ਦੇ ਭਾਣੇ ਵਿੱਚ ਚੱਲੇ, ਭਾਵ ਗੁਰੂ ਦੀ ਰਜ਼ਾ ਵਿੱਚ ਚੱਲੇ। ਭਾਣਾ ਸ਼ਬਦ ਵੈਸੇ ਬਹੁਤ ਵਧੀਆ ਸ਼ਬਦ ਹੈ, ਪਰ ਆਪਾਂ ਇਹਨੂੰ ਮਾੜੇ ਪਾਸੇ ਬਣਾ ਛੱਡਿਆ ਵੀ ਕੋਈ ਪੁਰਾਣੀ ਚੜ੍ਹਾਈ ਕਰ ਜੇ ਜਾਂ ਕੋਈ ਐਸੀ ਦੁਖਤ ਘਟਨਾ ਵਾਪਰੇ ਤੇ ਆਪਾਂ ਕਹਿੰਦੇ ਰੱਬ ਦਾ ਭਾਣਾ ਹੈ। ਭਾਣਾ ਬਾਣੀ ਵਿੱਚ ਆਪਾਂ ਦਰਸ਼ਨ ਕਰੀਏ, ਭਾਣਾ ਸ਼ਬਦ ਹੈ ਕੀ? ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਨ ਕਰਦੇ ਨੇ, ਜੰਮਣ ਮਰਨਵਾ ਹੁਕਮ ਹੈ, ਭਾਣਾ ਆਵੈ ਜਾਏ। ਜੰਮਣਾ ਵੀ ਉਹਦਾ ਭਾਣਾ ਹੈ, ਮਰਨਾ ਵੀ ਭਾਣਾ ਹੈ। ਆਪਾਂ ਕੇਵਲ ਮ੍ਰਿਤਕ ਨਾਲ, ਮੌਤ ਨਾਲ ਜੋੜਤਾ ਭਾਣਾ। ਮਹਾਰਾਜ ਕਹਿੰਦੇ ਜੰਮਣਾ ਵੀ ਉਹਦੇ ਭਾਣੇ ਵਿੱਚ ਹੈ। ਜਨਮ, ਖੁਸ਼ੀਆਂ, ਸਾਰਾ ਕੁਝ ਉਹਦੇ ਭਾਣੇ ਵਿੱਚ ਹੈ, ਭਾਵ ਜੋ ਉਹਦੇ ਹੁਕਮ ਹੈ, ਉਹਦੀ ਰਜ਼ਾ ਹੈ। ਤੋ ਪਾਤਸ਼ਾਹ ਫਰਮਾਨ ਕਰਦੇ ਨੇ, ਜਦੋਂ ਗੁਰੂ ਦੀ ਰਜ਼ਾ ਵਿੱਚ ਚੱਲੇਗਾ ਤਾਂ ਜੀਵਨ ਪਦਵੀ ਪਾਏ, ਤਾਂ ਤੈਨੂੰ ਆਤਮਿਕ ਜੀਵਨ ਮਿਲ ਜਾਵੇਗਾ। ਇਹ ਸਰੀਰ ਤੋਂ ਪਰੇ ਵਾਲਾ ਜਿਹੜਾ ਜੀਵਨ ਹੈ, ਆਤਮਿਕ ਜੀਵਨ, ਉਹ ਪ੍ਰਾਪਤ ਹੋ ਜਾਵੇਗਾ। ਉਹ ਜੀਵਨ ਦੀ ਉੱਚੀ ਪਦਵੀ ਪ੍ਰਾਪਤ ਹੋਵੇਗੀ। ਉਹ ਸਦਾ ਸਦਾ ਜਨ ਜੀਵਤੇ ਜੋ ਹਰਿ ਚਰਣੀ ਚਿਤ ਲਾਏ। ਉਹ ਜਨ ਸਦਾ ਸਦਾ ਸੰਸਾਰ ਦੇ ਵਿੱਚ ਜਿਉਂਦੇ ਹਨ, ਜਿਨ੍ਹਾਂ ਨੇ ਵਾਹਿਗੁਰੂ ਦੇ ਚਰਨਾਂ ਵਿੱਚ ਆਪਣਾ ਚਿੱਤ ਲਾਇਆ ਹੈ। ਜਿੰਨੇ ਵੀ ਭਗਤ ਨੇ ਉਹਨਾਂ ਨੂੰ ਸਦੀਵੀ ਜੀਵਨ ਪ੍ਰਾਪਤ ਹੋ ਗਿਆ। ਉਹ ਸਮੇਂ ਦੇ ਵਿੱਚ ਪਤਾ ਨਹੀਂ ਕਿੰਨੇ ਕੁ ਰਾਜੇ, ਸ਼ਾਹੂਕਾਰ, ਅਮੀਰ, ਧਨਾੜ ਲੋਕ ਹੋਏ ਹੋਣਗੇ, ਗਰੀਬ ਹੋਏ ਹੋਣਗੇ, ਹੋਰ ਬੜੇ ਪੜ੍ਹੇ ਲਿਖੇ ਆਲਮ ਫਾਜ਼ਲ ਲੋਕ, ਕੋਈ ਨਹੀਂ ਜਾਣਦਾ। ਪਰ ਜਿਨ੍ਹਾਂ ਨੇ ਨਾਮ ਜਪਿਆ ਉਹਨਾਂ ਨੂੰ ਅੱਜ ਵੀ ਆਪਾਂ ਜਾਣਦੇ ਹਾਂ। ਉਹਨਾਂ ਨੂੰ ਸਦੀਵੀ ਜੀਵਨ ਪ੍ਰਾਪਤ ਹੋ ਗਿਆ। ਨਾਮ ਰਿਓ ਸਾਧੂ ਰਹਿਓ, ਰਹਿਓ ਗੁਰੂ ਗੋਬਿੰਦ ਕਉ ਨਾਨਕ ਕੇ ਜਗਤ ਮੈਂ ਕਿਨ ਜਪਿਓ ਗੁਰਮੰਤ। ਨਾਨਕ ਨਦਰੀ ਮਨ ਵਸੈ, ਗੁਰਮੁਖ ਸਹਿ ਸਮਾਏ। ਪਾਤਸ਼ਾਹ ਫਰਮਾਨ ਕਰਦੇ ਨੇ, ਨਾਨਕ ਨਦਰੀ ਮਨ ਵਸੈ। ਗੁਰੂ ਦੀ ਕਿਰਪਾ ਨਾਲ, ਗੁਰੂ ਦੀ ਨਜ਼ਰ ਨਾਲ ਉਹ ਵਾਹਿਗੁਰੂ ਮਨ ਵਿੱਚ ਵਸਦਾ ਹੈ। ਤੇ ਪਾਤਸ਼ਾਹ ਕਹਿੰਦੇ ਗੁਰਮੁਖ ਗੁਰੂ ਦੁਆਰਾ ਸਹਿਜ ਸੁਭਾਅ ਉਸ ਵਾਹਿਗੁਰੂ ਦੇ ਵਿੱਚ ਸਮਾ ਜਾਂਦਾ ਹੈ। ਗੁਰ ਕਿਰਪਾ ਜੇ ਨਰ ਕੋ ਕੀਨੀ ਤੇ ਜੁਗਤ ਪਛਾਨੀ। ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਨੀ ਸੰਗ ਪਾਨੀ। ਜਿਵੇਂ ਪਾਣੀ ਦੀ ਬੂੰਦ ਪਾਣੀ ਵਿੱਚ ਮਿਲ ਕੇ ਉਹੀ ਰੂਪ ਹੋ ਜਾਂਦੀ ਹੈ, ਕੋਈ ਉਹਨੂੰ ਵੱਖ ਨਹੀਂ ਕਰ ਸਕਦਾ। ਇਸੇ ਤਰ੍ਹਾਂ ਗੁਰਮੁਖ ਗੁਰੂ ਦੁਆਰਾ ਵਾਹਿਗੁਰੂ ਦੇ ਵਿੱਚ ਅਭੇਦ ਹੁੰਦੇ ਨੇ। ਮਹੱਲਾ ਤੀਜਾ। ਅੰਦਰ ਸਹਿਸਾ ਦੁੱਖ ਹੈ, ਆਪੈ ਸਿਰ ਧੰਦੈ ਮਾਰ। ਅੰਦਰ ਸਹਿਮ ਬਣਿਆ ਰਹਿੰਦਾ ਹੈ। ਜਿਹੜੇ ਜੀਵ ਸ਼ਬਦ ਤੋਂ, ਨਾਮ ਤੋਂ ਦੂਰ ਹਨ, ਵਿਰਵੇ ਹਨ, ਮਹਾਰਾਜ ਕਹਿੰਦੇ ਅੰਦਰ ਸਹਿਸਾ ਦੁੱਖ ਹੈ। ਅੰਦਰ ਸਹਿਮ, ਉਸ ਸਹਿਮ ਦੇ ਕਰਕੇ ਦੁੱਖ ਹੈ। ਸਹਿਮ ਕੀ ਹੈ? ਵੀ ਜੋ ਕੁਝ ਮੇਰੇ ਕੋਲ ਹੈ ਇਹ ਚਲਾ ਨਾ ਜਾਵੇ। ਆਪਾਂ ਨੂੰ ਇਹ ਸਰੀਰ ਮਿਲਿਆ, ਇਹਦਾ ਵੀ ਆਪਾਂ ਨੂੰ ਡਰ ਹੈ ਵੀ ਇਹ ਸਰੀਰ ਕਿਤੇ ਛੇਤੀ ਚਲਾ ਹੀ ਨਾ ਜਾਵੇ, ਕਿਉਂਕਿ ਸਾਨੂੰ ਅਜੇ ਆਤਮਿਕ ਜੀਵਨ ਨਹੀਂ ਮਿਲਿਆ। ਜਦੋਂ ਆਤਮਿਕ ਜੀਵਨ ਮਿਲ ਗਿਆ ਫਿਰ ਇਸ ਸਰੀਰ ਦੀ, ਦੁਨੀਆ ਦੇ ਕਿਸੇ ਵੀ ਪਦਾਰਥ ਦੀ ਕੋਈ ਖਾਸ ਅਹਿਮੀਅਤ ਨਹੀਂ ਰਹਿ ਜਾਂਦੀ। ਮਹਾਰਾਜ ਕਹਿੰਦੇ ਅੰਦਰ ਸਹਿਸਾ ਦੁੱਖ ਹੈ, ਆਪੈ ਸਿਰ ਧੰਦੈ ਮਾਰ। ਇਹ ਮਨੁੱਖ ਦੇ ਸਿਰ ਜਿਹੜੀ ਮਾਰ ਪਈ ਹੈ, ਇਹਦੇ ਆਪਣੇ ਕੀਤੇ ਹੋਏ ਧੰਦਿਆਂ ਕਰਕੇ, ਕਰਮਾਂ ਕਰਕੇ ਹੀ ਹੈ। ਇਹ ਜਿਹੜਾ ਸਹਿਸਾ ਦੁੱਖ ਬਣਿਆ ਹੈ, ਇਹ ਕਿਸੇ ਹੋਰ ਦਾ ਨਹੀਂ ਸਹੇੜਿਆ ਹੋਇਆ। ਆਪਣੇ ਹੀ ਐਸੇ ਕਰਮ ਕੀਤੇ ਹਨ, ਆਪਣੇ ਕੀਤੇ ਹੋਏ ਧੰਦਿਆਂ ਦੀ, ਕਰਮਾਂ ਦੀ ਮਾਰ ਹੈ। ਦੂਜੇ ਭਾਏ ਸੁੱਤੇ ਕਵੈ ਨਾ ਜਾਗੈ, ਮਾਇਆ ਮੋਹ ਪਿਆਰ। ਦੂਜੇ ਭਾਏ ਸੁੱਤੇ ਕਵੈ ਨਾ ਜਾਗੈ। ਜਿਹੜੇ ਦਵੈਤ ਭਾਵ ਦੇ ਵਿੱਚ ਸੁੱਤੇ ਹਨ,
ਮਹਾਰਾਜ ਕਹਿੰਦੇ ਦੋ ਤਰ੍ਹਾਂ ਦਾ ਸੌਣਾ ਹੈ, ਉਹ ਦੋਵੇਂ ਤਰ੍ਹਾਂ ਹੀ ਨਹੀਂ ਜਾਗਦੇ। ਜਿਨ੍ਹਾਂ ਦਾ ਸੰਸਾਰ ਦੇ ਨਾਲ, ਮਾਇਆ ਮੋਹ ਨਾਲ, ਪਦਾਰਥ ਨਾਲ ਪਿਆਰ ਹੈ, ਉਹ ਅੰਮ੍ਰਿਤ ਵੇਲੇ ਵੀ ਨਹੀਂ ਜਾਗਦੇ। ਦੂਸਰਾ ਅੰਤਰੀਵ ਭਾਵ ਕਰਕੇ ਵੀ ਨਹੀਂ ਜਾਗਦੇ। ਸਾਰੀ ਉਮਰ ਲੰਘ ਗਈ ਪਰ ਜੀਵਨ ਦੀ ਕੁਝ ਵੀ ਸੋਝੀ ਨਹੀਂ ਆਈ। ਜੀਵਨ ਦਾ ਕੁਝ ਵੀ ਜਿਹੜਾ ਹੈ ਉਹ ਭੇਦ ਨਹੀਂ ਪਾਇਆ। ਦੂਜੇ ਭਾਏ ਸੁੱਤੇ ਕਵੈ ਨਾ ਜਾਗੈ, ਮਾਇਆ ਮੋਹ ਪਿਆਰ, ਕਿਉਂਕਿ ਅੰਦਰ ਮਾਇਆ ਦਾ ਹੀ ਮੋਹ ਬਣਿਆ ਰਿਹਾ, ਮਾਇਆ ਦਾ ਪਦਾਰਥ ਦਾ ਹੀ ਪਿਆਰ ਬਣਿਆ ਰਿਹਾ। ਦ્વੈਤ ਭਾਵ ਦੇ ਵਿੱਚ ਆਤਮਿਕ ਤੌਰ 'ਤੇ ਸੁੱਤੇ ਰਹੇ ਹਨ। ਨਾਮ ਨਾ ਚੇਤੈ, ਸ਼ਬਦ ਨਾ ਵਿਚਾਰੈ, ਇਹ ਮਨਮੁਖ ਕਾ ਆਚਾਰ। ਮਹਾਰਾਜ ਉਹਨਾਂ ਦੀ ਨਿਸ਼ਾਨੀ ਕੀ ਹੈ? ਪਾਤਸ਼ਾਹ ਕਹਿੰਦੇ ਭਾਈ ਉਹ ਨਾਮ ਨਹੀਂ ਚੇਤਦੇ, ਵਾਹਿਗੁਰੂ ਦਾ ਨਾਮ ਨਹੀਂ ਜਪਦੇ, ਸ਼ਬਦ ਦੀ ਵਿਚਾਰ ਨਹੀਂ ਕਰਦੇ। ਭਾਵ ਸਾਡਾ ਇਹ ਜੀਵਨ ਸਾਨੂੰ ਕਿਉਂ ਮਿਲਿਆ, ਇਹਦਾ ਮਕਸਦ ਕੀ ਹੈ? ਮਨਮੁਖ ਦਾ ਇਹੀ ਵਿਵਹਾਰ ਹੈ, ਮਨਮੁਖ ਦਾ ਇਹੀ ਆਚਾਰ ਹੈ ਕਿ ਉਹ ਨਾਮ ਨਹੀਂ ਜਪਦਾ, ਸ਼ਬਦ ਨੂੰ ਨਹੀਂ ਵਿਚਾਰਦਾ, ਕੇਵਲ ਸੰਸਾਰ ਦੇ ਵਾਲੇ ਪਾਸੇ ਹੀ ਚੱਲਦਾ ਹੈ। ਹਰ ਨਾਮ ਨਾ ਪਾਇਆ, ਜਨਮ ਬਿਰਥਾ ਗਵਾਇਆ, ਨਾਨਕ ਜਮ ਮਾਰ ਕਰੇ ਖੁਆਰ। ਵਾਹਿਗੁਰੂ ਦਾ ਨਾਮ ਨਹੀਂ ਪਾਇਆ, ਜਪਿਆ ਹੀ ਨਹੀਂ ਨਾਮ ਸਾਰੀ ਉਮਰ, ਤੇ ਜਨਮ ਬਿਰਥਾ ਗਵਾ ਲਿਆ। ਕਿਉਂਕਿ ਜੀਵਨ ਸੀਮਤ ਮਿਲਿਆ ਆਪਾਂ ਨੂੰ, ਸਮਾਂ ਸੀਮਤ ਹੈ, ਕੋਈ ਜ਼ਿਆਦਾ ਵੱਡਾ ਲੰਮਾ ਸਮਾਂ ਨਹੀਂ ਹੈ। ਤੇ ਮਹਾਰਾਜ ਕਹਿੰਦੇ ਜਦੋਂ ਸਾਰਾ ਜੀਵਨ ਨਾਮ ਨਾ ਜਪਿਆ, ਵਿਅਰਥ ਗਵਾਇਆ, ਨਾਨਕ ਜਮ ਮਾਰ ਕਰੇ ਖੁਆਰ। ਐਸੇ ਜੀਵਾਂ ਨੂੰ ਫਿਰ ਅੱਗੇ ਜਮ ਮਾਰ ਕੇ ਖੁਆਰ ਕਰਦਾ ਹੈ। ਅੱਗੇ ਬਹੁਤ ਦੁੱਖ ਪਾਉਂਦੇ ਹਨ ਜਿਨ੍ਹਾਂ ਨੇ ਵਾਹਿਗੁਰੂ ਦਾ ਨਾਮ ਨਹੀਂ ਸਿਮਰਿਆ। ਪੌੜੀ ਆਪਣਾ ਆਪ ਉਪਾਇਉਣ, ਤਦੋਂ ਹੋਰ ਨਾ ਕੋਈ। ਵਾਹਿਗੁਰੂ ਨਿਰੰਕਾਰ ਜਿਨ੍ਹਾਂ ਨੇ ਸੰਸਾਰ ਰਚਿਆ ਹੈ, ਉਹ ਪ੍ਰਮਾਤਮਾ ਵਾਹਿਗੁਰੂ ਆਪਣਾ ਆਪ ਉਪਾਇਉਣ, ਪਹਿਲਾਂ ਉਹਨਾਂ ਨੇ ਆਪਣੇ ਆਪ ਨੂੰ ਪ੍ਰਗਟ ਕੀਤਾ ਹੈ। ਉਪਾਇਉਣ ਤੋਂ ਭਾਵ ਹੈ ਪ੍ਰਗਟ ਕਰਨਾ। ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ, ਦੂਈ ਕੁਦਰਤ ਸਾਜੀਐ, ਕਾਰਾਸਨ ਡਿਠੋ ਚਾਓ। ਵਾਹਿਗੁਰੂ ਪਰਮਾਤਮਾ ਪਹਿਲਾਂ ਹੈ ਪਰ ਉਹਨੇ ਆਪਣਾ ਵਿਸਤਾਰ ਨਹੀਂ ਕੀਤਾ, ਆਪਣੇ ਆਪ ਨੂੰ ਪ੍ਰਗਟ ਨਹੀਂ ਕੀਤਾ। ਜਿਵੇਂ ਆਪਾਂ ਵੇਖਦੇ ਹਾਂ ਕਿਸੇ ਮਨੁੱਖ ਦੇ ਕੋਲ ਬਹੁਤ ਗੁਣ ਹੈ, ਬਹੁਤ ਕਲਾ ਹੈ, ਪਰ ਉਹ ਜਦੋਂ ਕਿਤੇ ਜਾਂਦਾ ਹੈ ਤੇ ਉਹ ਬੋਲਦਾ ਨਹੀਂ, ਚੁੱਪ ਕਰਕੇ ਬੈਠਾ ਹੈ, ਤੇ ਲੋਕ ਸੋਚਦੇ ਨੇ ਆਮ ਇਨਸਾਨ ਹੈ। ਪਰ ਜਦੋਂ ਉਹ ਆਪਣੇ ਜਿਹੜੇ ਹੁਨਰ ਨੂੰ, ਕਲਾ ਨੂੰ ਪ੍ਰਗਟ ਕਰਦਾ ਹੈ ਤੇ ਆਪਣਾ ਆਪ ਦੱਸਦਾ ਵੀ ਮੇਰੇ ਅੰਦਰ ਕੀ ਕੁਝ ਹੈ, ਤੇ ਉਸ ਚੀਜ਼ ਨੂੰ ਵੇਖ ਕੇ ਲੋਕ ਹੈਰਾਨ ਹੋ ਜਾਂਦੇ ਨੇ ਵੀ ਇਹ ਤਾਂ ਬੰਦਾ ਇੰਨਾ ਕਲਾ ਵਾਲਾ, ਇੰਨੇ ਗੁਣ ਵਾਲਾ ਹੈ, ਬੜਾ ਹੈਰਾਨ ਹੋ ਜਾਂਦੇ ਨੇ। ਇਸੇ ਤਰ੍ਹਾਂ ਵਾਹਿਗੁਰੂ ਐਸਾ ਨਹੀਂ ਵੀ ਉਹਨੇ ਆਪਣੇ ਆਪ ਨੂੰ ਕੋਈ ਨਵਾਂ ਬਣਾਇਆ ਹੈ, ਪਹਿਲਾਂ ਕੁਝ ਨਹੀਂ ਸੀ, ਆਪ ਹੀ ਸੀ। ਉਹ ਆਪਣੇ ਆਪ ਨੂੰ ਪ੍ਰਗਟ ਕਰ ਦਿੱਤਾ, ਆਪਣਾ ਵਿਸਤਾਰ ਕਰ ਦਿੱਤਾ। ਉਸ ਸਮੇਂ ਹੋਰ ਕੋਈ ਨਹੀਂ ਸੀ। ਆਪਣਾ ਆਪ ਉਪਾਇਉਣ, ਤਦੋਂ ਹੋਰ ਨਾ ਕੋਈ, ਤਦੋਂ ਹੋਰ ਨਾ ਕੋਈ, ਕੁਝ ਵੀ ਨਹੀਂ ਸੀ। ਜੋ ਆਪਾਂ ਇਹ ਸਾਰਾ ਕੁਝ ਦਿਖਾਈ ਦੇ ਰਿਹਾ ਹੈ, ਜਿਹੜਾ ਸਨਾਤਨ ਮਤ ਹੈ, ਉਹਨਾਂ ਨੇ 36 ਯੁੱਗ ਦੀ ਗੱਲ ਕੀਤੀ ਹੈ, 36 ਯੁੱਗ ਕੀ ਯੁੱਗ ਵਾਰਾ। ਪਰ ਮਹਾਰਾਜ ਕਹਿੰਦੇ ਅਰਬਦ ਨਰਬਦ ਧੁੰਦੂ ਕਾਰਾ, ਧਰਨ ਨਾ ਗਗਨ ਨਾ ਹੁਕਮ ਅਪਾਰਾ। ਭਾਈ ਪਤਾ ਹੀ ਨਹੀਂ ਹੈ ਕਿੰਨੇ ਯੁੱਗ ਲੰਘ ਗਏ, ਅਰਬਦ ਨਰਬਦ ਪਤਾ ਹੀ ਨਹੀਂ ਕਿੰਨਾ ਸਮਾਂ, ਕਿ ਜੋ ਕੁਝ ਵੀ ਨਹੀਂ ਸੀ ਹੈ। ਤੇ ਪਾਤਸ਼ਾਹ ਫਰਮਾਨ ਕਰਦੇ ਨੇ ਫਿਰ ਵਾਹਿਗੁਰੂ ਨੇ ਆਪਣੇ ਆਪ ਨੂੰ ਪ੍ਰਗਟ ਕੀਤਾ ਹੈ। ਜਿਵੇਂ ਆਪਾਂ ਪੜ੍ਹਦੇ ਹਾਂ ਨਾ, ਸਤਿਗੁਰੂ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਣ ਹੋਆ।
ਭਾਈ ਗੁਰਦਾਸ ਨੇ ਬੜਾ ਸੋਹਣਾ ਸ਼ਬਦ ਵਰਤਿਆ, ਮਹਾਰਾਜ ਪ੍ਰਗਟ ਹੋਏ ਨੇ। ਪ੍ਰਗਟ ਭਾਵ ਜਿਹੜਾ ਪਹਿਲਾਂ ਹੈ, ਬੱਚੇ ਦਾ ਜਨਮ ਹੁੰਦਾ ਨਾ, ਆਪਣਾ ਜਨਮ ਹੋਇਆ ਹੈ, ਆਪਾਂ ਮਾਤਾ ਪਿਤਾ ਦੇ ਸੰਜੋਗ ਨਾਲ ਸਾਡਾ ਜਨਮ ਹੋਇਆ ਹੈ। ਮਾਤ ਪਿਤਾ ਮਿਲਨਮਿਆ ਆਸਾ ਬੰਤੀ ਉਧਰ ਮਝਾਰੇ, ਸਾਡਾ ਜਨਮ ਇਸ ਤਰ੍ਹਾਂ ਹੋਇਆ ਹੈ। ਪਰ ਗੁਰੂ ਨਾਨਕ ਪਾਤਸ਼ਾਹ ਤਾਂ ਪਹਿਲਾਂ ਹਨ, ਉਹ ਪ੍ਰਗਟ ਹੋਏ ਨੇ। ਪ੍ਰਗਟ ਹੋਣ ਦੀ ਵਿਧੀ ਉਹਨਾਂ ਨੇ ਇਹ ਚੁਣੀ ਹੈ ਮਨੁੱਖਾਂ ਵਾਲੀ, ਪਰ ਆਪਾਂ ਇਹ ਨਹੀਂ ਕਹਿ ਸਕਦੇ ਉਹ ਪਹਿਲਾਂ ਨਹੀਂ ਸਨ, ਉਹ ਪਹਿਲਾਂ ਹੀ ਸਨ। ਸਤਿਗੁਰੂ ਨਾਨਕ ਪ੍ਰਗਟਿਆ। ਜੇ ਕੋਈ ਕਈ ਵਾਰ ਆਪਾਂ ਵੇਖਦੇ ਹਾਂ, ਕੋਈ ਵਾਰ ਕੋਈ ਬੰਦਾ ਆਪਣੇ ਸਾਹਮਣੇ ਅਚਾਨਕ ਆ ਜਾਵੇ, ਆਪਾਂ ਕਹਿੰਦੇ ਤੂੰ ਕਿੱਥੋਂ ਪ੍ਰਗਟ ਹੋ ਗਿਆ ਹੈ। ਉਹ ਵਾਹਿਗੁਰੂ ਨਿਰੰਕਾਰ, ਉਹਨੇ ਆਪਣਾ ਆਪ ਪ੍ਰਗਟ ਕਰ ਦਿੱਤਾ, ਵਿਸਤਾਰ ਕਰ ਦਿੱਤਾ। ਇੰਨਾ ਵੱਡਾ ਵਿਸਤਾਰ ਅੰਤ ਕੋਈ ਨਹੀਂ ਹੈ। ਜਿੰਨੀ ਕੁ ਕਿਸੇ ਦੀ ਪਾਇਆ ਹੈ, ਉਹ ਆਪਣੇ ਆਪ ਨੂੰ ਵਿਸਤਾਰ ਕਰਕੇ ਦਿਖਾਉਂਦਾ ਦੁਨੀਆ ਦੇ ਵਿੱਚ ਵੀ ਮੈਂ ਵੀ ਕੁਝ ਹਾਂ, ਇੰਨਾ ਕੁਝ ਮੇਰੇ ਕੋਲ ਹੈ। ਵਾਹਿਗੁਰੂ ਪਰਮਾਤਮਾ ਅਸੀਮ ਹੈ, ਮਤਾ ਮਸੂਰਤ ਆਪ ਕਰੇ ਜੋ ਕਰੇ ਸੋ ਹੋਈ। ਜੋ ਵੀ ਉਹ ਮਤਾ ਸਲਾਹ ਪਕਾਉਂਦਾ ਹੈ ਆਪ ਹੀ ਕਰਦਾ ਹੈ, ਕਿਸੇ ਤੋਂ ਪੁੱਛਦਾ ਨਹੀਂ ਹੈ। ਜੋ ਕੁਝ ਕਰਦਾ ਹੈ ਆਪ ਹੀ ਕਰਦਾ ਹੈ। ਤਦੋਂ ਆਕਾਸ ਨਾ ਪਤਾਲ ਹੈ ਨਾ ਤਰੈ ਲੋਈ। ਉਸ ਸਮੇਂ ਨਾ ਕੋਈ ਆਕਾਸ਼ ਸੀ ਨਾ ਪਤਾਲ ਸੀ ਨਾ ਤਿੰਨੇ ਲੋਕ। ਤਦੋਂ ਆਪੇ ਆਪ ਨਿਰੰਕਾਰ ਹੈ ਨਾ ਉਹ ਪਤ ਹੋਈ। ਉਹ ਸੁਣ ਦੀ ਅਵਸਥਾ, ਉਦੋਂ ਵਾਹਿਗੁਰੂ ਆਪ ਹੀ ਆਪ ਹੈ। ਉਸ ਸਮੇਂ ਨਾ ਉਤਪਤੀ ਹੁੰਦੀ ਹੈ ਨਾ ਕੋਈ ਇਹ ਸਾਰਾ ਕੁਝ ਵੀ ਨਹੀਂ ਸੀ। ਜੋ ਤਿਸ ਭਾਵੈ ਤਿਵੈ ਕਰੈ ਤਿਸ ਬਿਨ ਅਵਰ ਨਾ ਕੋਈ। ਜਿਵੇਂ ਉਸ ਵਾਹਿਗੁਰੂ ਨੂੰ ਭਾਉਂਦਾ ਹੈ ਉਸੇ ਤਰ੍ਹਾਂ ਉਹ ਵਾਹਿਗੁਰੂ ਕਰਦਾ ਹੈ। ਉਸ ਤੋਂ ਬਿਨਾਂ ਹੋਰ ਕੋਈ ਸੰਸਾਰ ਨੂੰ ਚਲਾਉਣ ਵਾਲਾ ਨਹੀਂ ਹੈ, ਕੇਵਲ ਉਹ ਵਾਹਿਗੁਰੂ ਆਪ ਹੀ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਸ ਵਾਹਿਗੁਰੂ ਦੇ ਨਾਮ ਨੂੰ ਜਪ ਕੇ ਹੀ ਜੀਵ ਆਪਣੇ ਮਕਸਦ ਨੂੰ ਪਾ ਸਕਦਾ ਹੈ, ਆਪਣੇ ਜੀਵਨ ਨੂੰ ਸਫਲ ਕਰ ਸਕਦਾ ਹੈ। ਐਸਾ ਜੋ ਵਾਹਿਗੁਰੂ ਨਿਰੰਕਾਰ ਹੈ, ਤੋ ਪਾਤਸ਼ਾਹ ਕਹਿੰਦੇ ਉਸ ਵਾਹਿਗੁਰੂ ਦੇ ਨਾਮ ਨਾਲ ਜੁੜਨਾ ਕਰੋ, ਤਾਂ ਜੋ ਇਹ ਸਾਡਾ ਜੀਵਨ ਜਿਹੜਾ ਹੈ ਸਫਲ ਹੋ ਜਾਵੇ, ਲੇਖੇ ਵਿੱਚ ਲੱਗ ਜਾਵੇ। ਸਤਿਗੁਰੂ ਦੀ ਅਗਾਧ ਬੋਧ ਬਾਣੀ ਦੀਆਂ ਵਿਚਾਰਾਂ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। Bye.